सोकत जाने पीर पराई। 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 जाके अंतर जाके अंतर दर्द न पाई। दर्द न पाई। सोकत जाने पीर पराई। सोकत जाने पीर पराई। शह की सार सुहागन जाने। शह की सार सुहागन जाने। तज अभिमान सुकरलियां माने। तज अभिमान सुकरलियां माने। तन मान दे न अंतर राखे। तन मान दे न अंतर राखे। अवरा देख न सुने अपाखे। अवरा देख न सुने अपाखे। सोकत जाने पीर पराई। सोकत जाने पीर पराई। जाके अंतर जाके अंतर दर्द न पाई। दर्द न पाई। सोकत जाने पीर पराई। सोकत जाने पीर पराई। दुखी दुहागन दोए पाखहीनी। दुखी दुहागन दोए पाखहीनी। जिन नाह निरंतर भगत न कीनी। जिन नाह निरंतर भगत न कीनी। पुरुष लात का पंथ
हंस लात का पंथ दुहेला, संग ना साथी गवन अकेला। संग ना साथी गवन अकेला, सो कत जाने पीर पराई, सो कत जाने पीर पराई। जाके अंतर, जाके अंतर दर्द न पाई, दर्द न पाई। सो कत जाने पीर पराई, सो कत जाने पीर पराई। दुखिया दर्द बंद दर आया, दुखिया दर्द बंद दर आया। बहुत प्यास जवाब न पाया, बहुत प्यास जवाब न पाया। कह रविदास शरण प्रभ तेरी, कह रविदास शरण, कह रविदास शरण प्रभ तेरी। जो जानो त्यों कर गत मेरी, जो जानो त्यों कर गत मेरी। सो कत जाने पीर पराई, सो कत जाने पीर पराई। झांके अंतर, झांके अंतर दर्द न पाई, दर्द न पाई। सो कत जाने पीर पराई, सो कत जाने पीर पराई, पीर पराई, पीर पराई। सो कत जाने पीर पराई, जाके अंतर दर्द न पाई। गुरु ग्रंथ ਸਾਹਿਬ ਦੇ ਵਿੱਚ ਇਹ ਸ਼ਬਦ 793 ਨੰਬਰ ਪੰਨੇ ਤੇ ਅੰਕਿਤ ਹੈ। ਜਿਸ ਰਾਗ ਵਿੱਚ ਇਸ ਸ਼ਬਦ ਨੂੰ ਅੰਕਿਤ ਕੀਤਾ ਗਿਆ ਹੈ ਉਹ ਰਾਗ ਸੂਹੀ। ਭਗਤ ਰਵਿਦਾਸ ਜੀ ਦੀ ਬਾਣੀ ਵਿੱਚੋਂ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ। ਅਸੀਂ ਸਭ ਜਾਣਦੇ ਹਾਂ ਕਿ ਸ਼ਬਦ ਦੇ ਵਿੱਚ ਸਾਨੂੰ ਰਹਾਉ ਲਿਖਿਆ ਮਿਲਦਾ ਹੈ। ਇਸ ਸ਼ਬਦ ਦਾ ਰਹਾਉ
ਸੋ ਕਤ ਜਾਣੈ ਪੀਰ ਭਰਾਈ। ਉਹ ਕਿਵੇਂ ਜਾਣ ਸਕਦਾ ਹੈ ਪਰਾਈ ਪੀੜ ਨੂੰ? ਉਹ ਕੌਣ ਜਿਹਦੇ ਬਾਰੇ ਕਹਿੰਦੇ ਹਨ ਜਾਂ ਕੈ ਅੰਤਰ, ਜਿਹਦੇ ਅੰਦਰ ਦਰਦ ਨਹੀਂ ਹੈ। ਭਾਵ ਜੋ ਦਰਦ ਨੂੰ ਮਹਿਸੂਸ ਨਹੀਂ ਕਰ ਸਕਦਾ, ਉਹ ਦੂਜੇ ਦੇ ਦਿਲ ਦੀ ਪੀੜ ਨੂੰ ਵੀ ਨਹੀਂ ਸਮਝ ਸਕਦਾ। ਇਹ ਸ਼ਬਦ ਦਾ ਰਹਾਉ ਹੈ। ਜੋ ਦੂਜੇ ਦੇ ਦਰਦ ਨੂੰ ਨਹੀਂ ਸਮਝ ਸਕਦਾ, ਉਹ ਮਨੁੱਖੀ ਹਿਰਦੇ ਦੀ ਪਹਿਚਾਣ ਤੇ ਕਰ ਹੀ ਨਹੀਂ ਸਕਦਾ। ਉਹ ਪਸ਼ੂ ਪੰਛੀ ਜੀਵ ਜੰਤ ਦੇ ਹਿਰਦੇ ਦੀ ਪਹਿਚਾਣ ਤੱਕ ਵੀ ਨਹੀਂ ਕਰ ਸਕਦਾ। ਕਾਰਨ ਕਿ ਉਸ ਨੂੰ ਆਪਣੇ ਤੋਂ ਇਲਾਵਾ ਹੋਰਾਂ ਬੀਇੰਗਸ ਵਿੱਚ, ਹੋਰਾਂ ਮਨੁੱਖਾਂ ਜੀਵ ਜੰਤਾਂ ਵਿੱਚ ਕੋਈ ਦਰਦ ਨਜ਼ਰ ਹੀ ਨਹੀਂ ਆਉਂਦਾ, ਕਿਉਂਕਿ ਉਹਦੇ ਅੰਦਰ ਦਰਦ ਨਹੀਂ ਹੈ। ਰਹਾਉ 'ਚ ਇਹ ਗੱਲ ਬਿਆਨ ਕਰਕੇ ਗੁਰੂ ਸਾਹਿਬ ਕਹਿੰਦੇ ਹਨ, ਜਿਸ ਮਨੁੱਖ ਦੇ ਹਿਰਦੇ 'ਚ ਦਰਦ ਨਹੀਂ ਹੈ, ਉਹ ਰੱਬੀ ਮਿਲਾਪ ਦੇ ਦਰਦ ਨੂੰ ਵੀ ਨਹੀਂ ਸਮਝ ਸਕਦਾ। ਇਹ ਪਹਿਲੀ ਕਸਵੱਟੀ ਹੈ ਕਿ ਰੱਬੀ ਮਿਲਾਪ ਦਾ ਦਰਦ ਜਿਸ ਮਨੁੱਖ 'ਚ ਹੋਏਗਾ, ਪਹਿਲਾਂ ਉਹਦੇ ਹਿਰਦੇ ਵਿੱਚ ਧਰਤੀ 'ਤੇ ਜਿਹੜੇ ਮਨੁੱਖ ਹਨ ਉਹਨਾਂ ਬਾਰੇ ਦਰਦ ਹੋਣਾ ਜ਼ਰੂਰੀ ਹੈ। ਅਸੀਂ ਮਤ ਭੁੱਲੀਏ ਕਿ ਅਸੀਂ ਰੱਬ ਨਾਲ ਜੁੜ ਸਕਦੇ ਹਾਂ ਬਿਨਾਂ ਮਨੁੱਖਾਂ ਦੇ ਪਿਆਰ ਤੋਂ। ਪਹਿਲੀ ਕਸਵੱਟੀ ਹੈ। ਲੇਕਿਨ ਜਿਹੜੇ ਮਨੁੱਖ ਰੱਬ ਜੀ ਦੇ ਨਾਲ ਜੁੜੇ ਹਨ, ਤਸ਼ਬੀਹ ਹੈ, ਇੱਕ ਅਖਾਣ ਹੈ ਕਿ ਰੱਬ ਜੀ ਸਾਡੇ ਸਭ ਦੇ ਪਤੀ ਹਨ। ਅਸੀਂ ਜਿਤਨੇ ਵੀ ਮਨੁੱਖ ਧਰਤੀ 'ਤੇ ਹਾਂ, ਸਾਰੇ ਉਹਨਾਂ ਦੀਆਂ ਪਤਨੀਆਂ। ਇੱਕ ਖਿਆਲ ਹੈ, ਪਰ ਸਮਝਣ ਵਾਸਤੇ। ਸੁਹਾਗਨ ਕੌਣ ਹੈ? ਜੋ ਹਮੇਸ਼ਾ ਆਪਣੇ ਪਤੀ ਨਾਲ ਰਹਿੰਦੀ ਹੈ, ਜਿਸ ਦਾ ਪਤੀ ਉਹਦੇ ਨਾਲ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ ਰਵਿਦਾਸ ਜੀ ਦੀ ਰਚਨਾ ਤੋਂ, ਸ਼ਹਿ ਕੀ ਸਾਰ, ਸ਼ਹਿ ਕੌਣ? ਪਤੀ। ਉਹਦੀ ਸਾਰ, ਉਹਦੀ ਡੈਪਥ, ਉਹਦੀ ਵੈਲਿਊ ਕੌਣ ਜਾਣਦਾ ਹੈ? ਸੁਹਾਗਨ ਜਾਣਦਾ, ਸੁਹਾਗਣ ਜਾਣਦੀ ਹੈ। ਕਿਉਂ? ਕਿਉਂਕਿ ਉਸਨੂੰ ਪਤਾ ਹੈ ਕਿ ਜਦੋਂ ਮੈਂ ਆਪਣੇ ਸ਼ੌਹ ਤੋਂ ਵਿਛੜਦੀ ਹਾਂ ਤਾਂ ਮੇਰੇ ਨਾਲ ਕੀ ਵਾਪਰਦੀ ਹੈ, ਪਰ ਮੈਂ ਵਿਛੜਨਾ ਚਾਹੁੰਦੀ ਨਹੀਂ ਹਾਂ। ਇਹ ਜਿਹੜਾ ਦਰਦ ਹੈ, ਕੀ ਦਰਦ ਹੈ? ਫਰੀਦ ਸਾਹਿਬ ਕਹਿੰਦੇ ਨੇ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਣ, ਮਸਾਣ ਗ੍ਰੇਵ ਯਾਰਡ। ਇਹ ਮੇਰੇ ਪਰਮਾਤਮਾ ਜੀ, ਹੈ ਮੇਰੇ ਸ਼ੌਹ ਜੀ, ਤੁਹਾਡੇ ਕਾਰਨ ਮੈਂ ਸੁਹਾਗਨ ਹਾਂ। ਜੇ ਮੈਂ ਤੁਹਾਡੇ ਤੋਂ ਵਿਛੜਾ ਜੀਵਨ ਬਿਤਾਵਾਂ ਤਾਂ ਮੇਰਾ ਜੀਵਨ ਕੁਰਬਲ ਕੁਰਬਲ ਹੋ ਜਾਂਦਾ ਹੈ, ਮੇਰਾ ਜੀਵਨ ਮਸਾਣ ਵਾਂਗੂ ਹੋ ਜਾਂਦਾ ਹੈ। ਪਰ ਇਹ ਦਰਦ ਕੌਣ ਜਾਣਦੀ ਹੈ? ਉਹ ਸੁਹਾਗਨ। ਸ਼ਹਿ ਕੀ ਸਾਰ ਸੁਹਾਗਨ ਜਾਣੈ। ਪਰ ਉਸਨੇ ਸੁਹਾਗਨ ਬਣਨ ਦੀ ਆਪਣੇ ਪਤੀ ਦੇ ਨਾਲ ਹਮੇਸ਼ਾ ਜੀਣ ਦੀ ਤਾਂਘ ਰੱਖੀ ਹੈ। ਉਸ ਤਾਂਘ ਦੇ ਵਿੱਚ ਕੀ ਹੈ? ਇੱਕ ਦਰਦ। ਉਹ ਦਰਦ ਨੇ ਕੀ ਸਿਖਾਇਆ ਕਿ ਜੇ ਮੈਂ ਅਭਿਮਾਨ ਕਰਦੀ ਹਾਂ ਤਾਂ ਮੈਂ ਤੇਰੇ ਤੋਂ ਵਿਛੜ ਜਾਂਦੀ ਹਾਂ। ਭਾਂਬੀ ਰੀ ਕੇ ਪਾਤ ਪਾਰਦੋ ਵਾਂਗੂ ਇੱਕ ਪਤਲਾ ਪਰਦਾ ਮੇਰੇ ਤੇਰੇ ਵਿਚਕਾਰ ਆ ਜਾਂਦਾ ਹੈ। ਸਭ ਤੋਂ ਪਹਿਲਾਂ ਮੈਂ ਮਹਿਸੂਸ ਕਰਦੀ ਹਾਂ ਕਿ ਜਿਉਂ ਹੀ ਮੈਂ ਈਗੋ ਅਭਿਮਾਨ ਹੀ ਚਾਹੁੰਦੀ ਹਾਂ, ਮੈਂ ਤੇਰੇ ਤੋਂ ਟੁੱਟ ਜਾਂਦੀ ਹਾਂ। ਜਿਹੜਾ ਮਨੁੱਖ ਰੱਬ ਜੀ ਨਾਲ ਜੁੜਿਆ ਹੈ, ਉਸ ਦੀ ਪਹਿਲੀ ਨਿਸ਼ਾਨੀ ਹੋਏਗੀ ਉਹ ਈਗੋ ਛੱਡ ਦੇਗਾ। ਉਹ ਈਗੋਇਸਟਿਕ ਨਹੀਂ ਹੋਏਗਾ, ਉਹ ਹਉਮੈ ਦਿਖਾਵੇ ਵਾਲਾ ਨਹੀਂ ਹੋਏਗਾ, ਉਹ ਆਪਣਾ ਕੋਝਾ ਅਭਿਮਾਨ ਨਹੀਂ ਦਿਖਾਉਂਦਾ ਹੋਏਗਾ। ਉਹ ਆਪਣੇ ਸਵਾਭਿਮਾਨ ਵਿੱਚ ਰਹੇਗਾ, ਆਪਣੀ ਸੈਲਫ ਐਸਟੀਮ ਵਿੱਚ ਤਾਂ ਰਹੇਗਾ, ਪਰ ਦੁਨੀਆ ਨਾਲ ਵਰਤਦਿਆਂ ਆਪਣੇ ਕੋਝੇ ਅਭਿਮਾਨ ਨੂੰ ਛੱਡ ਦੇਗਾ। ਕਿਉਂ? ਕਿਉਂਕਿ ਜਿਉਂ ਹੀ ਕੋਝਾ ਅਭਿਮਾਨ ਦਿਖਾਉਂਦਾ ਹੈ, ਉਹ ਰੱਬ ਜੀ ਤੋਂ ਟੁੱਟ ਜਾਂਦਾ ਹੈ, ਉਹ ਸੁਹਾਗਨ ਤੋਂ ਵਿਧਵਾ ਹੋ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ, ਉਹ ਸੁਹਾਗਨ ਜਿਹੜੀ ਹੈ, ਉਹ ਸ਼ਹਿ ਨਾਲ ਰਹਿਣ ਦਾ ਵੈਲਿਊ, ਉਸ ਦਾ ਭਾਵ ਜਾਣਦੀ ਹੈ।
ਉਸ ਦਾ ਦਰਦ ਜਾਣਦੀ ਹੈ ਕਿ ਜੇ ਮੈਂ ਵਿਛੜ ਜਾਵਾਂ, ਇਸ ਕਰਕੇ ਕੀ ਕਰਦੀ ਹੈ? ਤਜ ਅਭਿਮਾਨ ਛੋੜ ਦਿੰਦੀ ਹੈ। ਇਸੇ ਕਾਰਨ ਸੁਖ ਰਲੀਆਂ ਮਾਣ ਹੈ, ਇਸੇ ਕਾਰਨ ਉਹ ਸੁਖ ਰਲੀਆਂ ਮਾਣਦੀ ਹੈ। ਤਨ ਮਨ ਦੇ, ਉਹ ਆਪਣਾ ਤਨ ਮਨ ਦੇ ਦਿੰਦੀ ਹੈ। ਨਾ ਅੰਤਰ ਰੱਖ, ਉਹ ਰੱਬ ਜੀ ਦੇ ਨਾਲ ਅੰਤਰ ਨਹੀਂ ਰੱਖਦੀ। ਸੁਹਾਗਨ ਜੋ ਹੈ, ਜਿਹੜੀ ਸੁਹਾਗਨ ਹੈ, ਉਹ ਰੱਬ ਜੀ ਤੋਂ ਵਿਛੜੀ ਨਹੀਂ ਹੈ। ਇਸ ਕਰਕੇ ਉਹ ਤਨ ਮਨ ਦੇ, ਨਾ ਅੰਤਰ ਰੱਖ ਹੈ, ਕੋਈ ਵਿਚਕਾਰ ਗੈਪ ਨਹੀਂ ਰਹਿਣ ਦਿੰਦੀ ਹੈ। ਅਵਰਾ ਦੇਖ ਨਾ ਸੁਣੈ ਅਪਾਖ ਹੈ, ਉਹ ਦੂਜਿਆਂ ਨੂੰ ਦੇਖ ਕੇ ਜਾਂ ਦੂਜਿਆਂ ਤੋਂ ਸੁਣ ਕੇ ਰੱਬ ਜੀ ਤੋਂ ਦੂਰ ਹੋਣ ਵਾਲੇ ਕਰਮ ਕਾਂਡ, ਨਿੰਦਾ ਚੁਗਲੀ, ਭੈੜੀਆਂ ਵਾਦੀਆਂ, ਬੈਡ ਡੀਡਸ ਵਾਲੀ ਕੋਈ ਲੈਂਗੁਏਜ ਨਹੀਂ ਸੁਣਦੀ ਹੈ। ਅਪਾਖ ਹੈ, ਉਹ ਭੈੜੀ ਬੋਲੀ ਨਹੀਂ ਜਾਣਦੀ ਹੈ, ਉਸ ਨੂੰ ਪਿਆਰ ਦੀ ਬੋਲੀ ਸਮਝ ਆ ਜਾਂਦੀ ਹੈ। ਇਹੀ ਤੇ ਕਾਰਨ ਹੈ ਕਿ ਦੂਜੇ ਦਾ ਦਰਦ ਸਮਝਦੀ ਹੈ। ਜਿਸ ਮਨੁੱਖ ਨੂੰ ਦੂਜੇ ਦਾ ਦਰਦ ਸਮਝ ਆ ਜਾਏਗਾ, ਉਹ ਪਿਆਰ ਦੀ ਬੋਲੀ ਸਿੱਖ ਜਾਏਗਾ। ਮੈਂ ਇੱਕ ਵਾਰੀ ਪੜ੍ਹ ਰਿਹਾ ਸਾਂ, ਇੱਕ ਜਗ੍ਹਾ ਲਿਖਿਆ ਸੀ ਕਿ ਇੱਕ ਵਾਰੀ ਦੁਕਾਨ ਦੇ ਬਾਹਰ ਪੋਸਟਰ ਲੱਗਾ ਕਿ ਦੁਕਾਨ ਹੈ ਪੱਪੀਜ਼ ਸੇਲ, ਇੱਥੇ ਛੋਟੇ ਛੋਟੇ ਕੁੱਤੇ ਵਿਕਦੇ ਹਨ। ਇੱਕ ਬੱਚਾ ਆਪਣੀ ਮਾਂ ਨਾਲ ਉਹਦੇ ਨਾਲ ਦੇ ਸਟੋਰ 'ਤੇ ਸੁਪਰਮਾਰਕੀਟ ਗਿਆ। ਮਾਂ ਜਦੋਂ ਤੱਕ ਸਾਮਾਨ ਖਰੀਦ ਰਹੀ ਸੀ, ਇਸਨੇ ਦੇਖਿਆ ਛੋਟੇ ਛੋਟੇ ਕੁੱਤੇ ਵਿਕਦੇ ਨੇ ਨਾਲ ਦੇ ਸਟੋਰ 'ਤੇ। ਇਹ ਇਕੱਲਾ ਆਪਣਾ ਉਸ ਸਟੋਰ 'ਤੇ ਦੇਖਣ ਚਲਾ ਗਿਆ ਕੁੱਤੇ ਨੂੰ। ਦੁਕਾਨਦਾਰ ਨੂੰ ਪੁੱਛਦਾ ਹੈ ਕੁੱਤੇ ਕਿਤਨੇ ਦੇ ਨੇ? ਦੁਕਾਨਦਾਰ ਦੱਸਦਾ ਹੈ 10 ਰੁਪਏ ਦਾ, ਇਹ 50 ਰੁਪਏ ਦਾ, ਇਹ 100 ਰੁਪਏ ਦਾ, ਇਹ 500 ਰੁਪਏ ਦਾ। ਇਹ ਬੱਚਾ ਕਹਿੰਦਾ ਮੇਰੇ ਕੋਲ ਇਤਨੇ ਪੈਸੇ ਨਹੀਂ ਹਨ। ਦੁਕਾਨਦਾਰ ਕਹਿੰਦਾ ਤੁਸੀਂ ਜਦੋਂ ਜ਼ਿਆਦਾ ਪੈਸੇ ਲੈ ਕੇ ਆਓਗੇ, ਆਪਣੇ ਪੇਰੈਂਟਸ ਨਾਲ ਆਓਗੇ ਤਾਂ ਤੁਹਾਨੂੰ ਕੁੱਤਾ ਦੇਵਾਂਗੇ। ਪਰ ਇਸ ਬੱਚੇ ਨੂੰ ਜ਼ਿੱਦ ਸੀ ਕਿ ਮੈਂ ਕੁੱਤਾ ਜ਼ਰੂਰ ਲੈਣਾ ਹੈ। ਦੁਕਾਨਦਾਰ ਸਮਝ ਗਿਆ, ਲੱਗਦਾ ਇਹਦੇ ਕੋਲ ਪੈਸੇ ਥੋੜ੍ਹੇ ਹਨ, ਪਰ ਕੁੱਤਾ ਜ਼ਰੂਰ ਲੈਣਾ ਚਾਹੁੰਦਾ ਹੈ। ਉਸ ਦੁਕਾਨਦਾਰ ਨੇ ਸਾਰੇ ਕੁੱਤਿਆਂ ਦੇ ਪਿੱਛੇ ਇੱਕ ਛੋਟਾ ਜਿਹਾ ਕੁੱਤਾ ਬੈਠਾ ਸੀ, ਜਿਹੜਾ ਕਿ ਖੜਾ ਨਹੀਂ ਸੀ ਹੋ ਸਕਦਾ। ਉਸ ਦੀ ਬੈਕਬੋਨ ਟੁੱਟੀ ਹੋਈ ਸੀ। ਇਸ ਨੂੰ ਲਿਆ ਕੇ ਦਿਖਾ ਕੇ ਕਹਿੰਦਾ ਇਹ ਕੁੱਤਾ ਤੂੰ ਲੈ ਲੈ। ਕਹਿੰਦਾ ਇਸ ਕੁੱਤੇ ਦੀ ਕੀ ਕੀਮਤ ਹੈ? ਕਹਿੰਦਾ ਇਹ ਕੁੱਤਾ ਤੇ 500 ਰੁਪਏ ਦਾ ਹੈ, ਪਰ ਤੈਨੂੰ 50 ਰੁਪਏ ਦਾ ਦੇ ਦਾਂਗਾ। ਕਾਰਨ ਕਿ ਸਾਡਾ ਤੇ ਵਿਕਣਾ ਨਹੀਂ, ਇਸ ਕੁੱਤੇ ਦੀ ਬੈਕਬੋਨ ਟੁੱਟੀ ਹੋਈ ਹੈ, ਇਹ ਵਿਕ ਨਹੀਂ ਸਕਦਾ, ਤੂੰ ਇਸ ਨੂੰ ਲੈ ਲੈ। ਉਹ ਬੱਚਾ ਕਹਿੰਦਾ ਹੈ ਆਪਣੀ ਪਾਕਟ ਵਿੱਚ ਹੱਥ ਮਾਰ ਕੇ ਕਿ ਮੇਰੇ ਕੋਲ 7 ਰੁਪਏ ਹਨ, ਇਹ 7 ਰੁਪਏ ਲੈ ਲਓ। ਆਸਤਾ ਆਸਤਾ ਹਰ ਮਹੀਨੇ ਮੈਂ ਕਿਸ਼ਤਾਂ 'ਚ ਕੀਮਤ ਉਧਾਰ ਦਿਆਂਗਾ ਤੇ ਮੈਨੂੰ ਇਹ 50 ਰੁਪਏ ਵਾਲਾ ਕੁੱਤਾ ਦੇ ਦਿਓ। ਇਤਨੀ ਦੇਰ 'ਚ ਉਸ ਦੀ ਮਾਂ ਆ ਗਈ। ਦੁਕਾਨਦਾਰ ਨੇ ਮਾਂ ਨੂੰ ਪੁੱਛਿਆ ਕਿ ਤੁਹਾਡਾ ਬੱਚਾ ਕੁੱਤਾ ਲੈਣਾ ਚਾਹੁੰਦਾ, ਤੁਸੀਂ ਪੈਸੇ ਖਰਚ ਸਕਦੇ ਹੋ? ਮਾਂ ਕਹਿੰਦੀ ਹਾਂ ਬੋਲੋ। ਉਹਨਾਂ ਨੇ ਉਸ ਨੂੰ ਵਧੀਆ ਵਧੀਆ ਕੁੱਤੇ ਵਿਖਾਏ, ਪਰ ਇਹ ਜਿਹੜਾ ਬੱਚਾ ਸੀ ਇਹ ਕਹਿੰਦਾ ਮੈਨੂੰ ਇਹੋ ਕੁੱਤਾ ਲੈਣਾ। ਦੁਕਾਨਦਾਰ ਨੇ ਮਾਂ ਨੂੰ ਦੱਸਿਆ ਇਹ ਕੁੱਤਾ ਵੈਸੇ ਮਹਿੰਗਾ ਹੈ, ਪਰ ਅਸੀਂ ਇਸ ਨੂੰ ਸਸਤਾ ਕਰਕੇ ਇਸ ਕਰਕੇ ਦੇ ਰਹੇ ਹਾਂ ਕਿ ਇਸ ਦੀ ਬੈਕਬੋਨ ਟੁੱਟੀ ਹੋਈ ਹੈ। ਮਾਂ ਨੇ ਵੀ ਸਮਝਾਇਆ, ਦੁਕਾਨਦਾਰ ਨੇ ਵੀ ਸਮਝਾਇਆ ਕਿ ਜੇ ਪੈਸੇ ਖਰਚ ਸਕਦੇ ਹਾਂ ਤੇ ਵਧੀਆ ਕੁੱਤਾ ਲੈ ਲੈ। ਪਰ ਇਹ ਬੱਚਾ ਅੜੀ ਕਰਨ ਲੱਗਾ, ਕਹਿੰਦਾ ਮੈਨੂੰ ਇਹੋ ਕੁੱਤਾ ਚਾਹੀਦਾ। ਉਹਨਾਂ ਪੁੱਛਿਆ ਜਦੋਂ ਅਸੀਂ ਪੈਸੇ ਖਰਚ ਸਕਦੇ ਹਾਂ ਤੂੰ ਹੋਰ ਕੁੱਤਾ ਕਿਉਂ ਨਹੀਂ ਲੈਂਦਾ? ਬੱਚੇ ਦੀ ਜ਼ਿੱਦ ਕਰਨ ਦੇ ਬਾਵਜੂਦ ਉਹ ਉਸ ਨੂੰ ਵਧੀਆ ਕੁੱਤਾ ਲੈ ਕੇ ਦੇਣਾ ਚਾਹੁੰਦੇ ਹਨ, ਪਰ ਬੱਚਾ ਇਹੋ ਕੁੱਤਾ ਲੈਣਾ ਚਾਹੁੰਦਾ ਹੈ। ਜਦੋਂ ਵੱਡੇ ਨਹੀਂ ਮੰਨਦੇ ਹਨ, ਮਾਂ ਵੀ ਨਹੀਂ ਮੰਨਦੀ, ਦੁਕਾਨਦਾਰ ਵੀ ਨਹੀਂ ਮੰਨਦਾ, ਤਾਂ ਬੱਚਾ ਜ਼ਮੀਨ 'ਤੇ ਲੇਟ ਜਾਂਦਾ, ਆਪਣੀ ਪੈਂਟ ਲਾ ਦਿੰਦਾ ਤੇ ਆਪਣੀ ਟੰਗ ਵਿਖਾਉਂਦਾ ਕਿ ਮੇਰੀ ਟੰਗ ਲੱਕੜ ਦੀ ਹੈ। ਮੇਰਾ ਦਰਦ ਇਹ ਕੁੱਤਾ ਪਛਾਣ ਸਕਦਾ ਹੈ ਤੇ ਕੁੱਤੇ ਦੀ ਟੰਗ ਕਿਉਂਕਿ ਨਹੀਂ ਹੈ, ਇਸ ਕਰਕੇ ਕੁੱਤੇ ਦਾ ਦਰਦ ਮੈਂ ਪਛਾਣ ਸਕਦਾ, ਮੈਨੂੰ ਇਹੋ ਕੁੱਤਾ ਚਾਹੀਦਾ। ਸੋਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਜਿਹਦੇ ਅੰਦਰ ਦਰਦ ਹੋਏਗਾ ਉਹ ਦੂਜੇ ਦਾ ਦਰਦ ਸਮਝੇਗਾ।
ਪਰ ਜਿਉਂ ਹੀ ਦੂਜੇ ਦਾ ਦਰਦ ਸਮਝੇਗਾ ਇਹਦੀ ਬੋਲੀ ਮਿੱਠੀ ਹੋ ਜਾਏਗੀ, ਉਹ ਭਾਖਿਆ ਭਾਵ ਅਪਾਰ ਬੋਲਣ ਲੱਗ ਪਏਗਾ, ਉਹ ਮਿੱਠੀ ਬੋਲੀ ਵੱਲ ਆ ਜਾਏਗਾ। ਉਹ ਅਵਰਾ ਦੇਖਣਾ ਸੁਣਿਆ ਭਾਖੇ ਦੀ ਬੋਲੀ ਨਹੀਂ ਬੋਲੇਗਾ। ਉਹ ਲੋਕਾਂ ਨੂੰ ਦੇਖੇਗਾ ਲੋਕ ਝੂਠ ਬੋਲਦੇ ਹਨ, ਉਹ ਲੋਕਾਂ ਨੂੰ ਦੇਖੇਗਾ ਲੋਕ ਕੌੜਾ ਬੋਲਦੇ ਹਨ, ਉਹ ਲੋਕਾਂ ਨੂੰ ਦੇਖੇਗਾ ਲੋਕ ਈਗੋ ਵਸ ਹੋਏ ਆਪਣੇ ਅਭਿਮਾਨ ਵਿੱਚ ਬੋਲਦੇ ਹਨ। ਪਰ ਇਸ ਬੋਲੀ ਨੂੰ, ਅਪਾਖੇ ਦੀ ਬੋਲੀ ਨੂੰ, ਜਿਹੜੀ ਮੰਦੀ ਬੋਲੀ ਹੈ, ਜਿਹਦੇ ਨਾਲ ਰੱਬ ਜੀ ਤੋਂ ਟੁੱਟ ਜਾਂਦੇ ਨੇ, ਵਿਧਵਾ ਬਣ ਜਾਂਦੇ ਨੇ, ਸੁਹਾਗਨ ਨਹੀਂ ਰਹਿੰਦੇ ਨੇ, ਉਹ ਛੋੜ ਦਿੰਦਾ ਹੈ। ਕਿਉਂ? ਕਿਉਂਕਿ ਉਹਦੇ ਅੰਦਰ ਦਰਦ ਹੈ। ਜਦੋਂ ਦੂਜਿਆਂ ਵਾਸਤੇ ਦਰਦ ਜਾਗ ਪਏ ਨਾ, ਤਾਂ ਮਨੁੱਖ ਕੀ ਕਰਦਾ ਹੈ? ਦੂਜਿਆਂ ਦੇ ਦਿਲ ਨੂੰ ਜਿੱਤਣ ਦਾ ਚੀ ਕਰਦਾ ਹੈ। ਮਨ ਜੀਤਾ ਜਗ ਜੀਤ ਵੱਲ ਆ ਜਾਂਦਾ ਹੈ। ਦੂਜਿਆਂ ਦੇ ਮਨ ਨੂੰ ਠੇਸ ਪਹੁੰਚਾਉਣ ਦੇ ਬਦਲੇ ਸੋਚ ਸਮਝ ਕੇ ਬੋਲਦਾ ਹੈ। ਇੱਕ ਰਾਈਟਰ ਲਿਖਦਾ ਹੈ, ਪਹਿਲਾਂ ਅਸੀਂ ਜਿਸ ਮਰਜ਼ੀ ਮਨੁੱਖ ਨੂੰ ਭੈੜੇ ਬੋਲ ਦਿੰਦੇ ਸਾਂ, ਲੇਕਿਨ ਜਿਸ ਦੇ ਕੱਪੜੇ ਚੰਗੇ ਨਹੀਂ ਸਨ ਹੁੰਦੇ, ਜਿਹਨੇ ਗੰਦੇ ਕੱਪੜੇ ਪਾਏ ਹੁੰਦੇ ਸਨ, ਉਸ ਨੂੰ ਤਾਂ ਕੋਝਾ ਬੋਲਦਿਆਂ ਦੇਰ ਨਹੀਂ ਸਨ ਲਾਉਂਦੇ, ਉਸ ਦੀ ਇੱਜ਼ਤ ਨੂੰ ਘਟਾਉਂਦਿਆਂ ਦੇਰ ਨਹੀਂ ਸਨ ਲਾਉਂਦੇ, ਉਸ ਨੂੰ ਚਾਰ ਮਨੁੱਖਾਂ ਦੇ ਸਾਹਮਣੇ ਠਿੱਠ ਕਰਦਿਆਂ ਦੇਰ ਨਹੀਂ ਸਨ ਲਾਉਂਦੇ। ਪਰ ਜਦੋਂ ਪਤਾ ਲੱਗਾ ਕਿ ਮੇਰਾ ਸ਼ਾਹ ਬਹਿਰਾਮ ਪਾਟੀ ਗੋਦੜੀ ਵਿੱਚ ਵੀ ਹੈ, ਉਸ ਦਿਨ ਤੋਂ ਅਸੀਂ ਆਪਣੀ ਜ਼ਬਾਨ ਤੋਂ ਲਫ਼ਜ਼ ਸਾਂਭ ਕੇ ਕੱਢਨੇ ਹਾਂ। ਮਤੇ ਕਿਤੇ ਪਾਟੀ ਗੋਦੜੀ ਵਿੱਚ ਵੀ ਮੇਰਾ ਸ਼ਾਹ ਬਹਿਰਾਮ ਨਾ ਲੁਕਿਆ ਹੋਵੇ। ਮਤੇ ਮੇਰਾ ਰੱਬ ਜੀ ਜਿਹੜਾ ਦੂਜਿਆਂ ਦੇ ਹਿਰਦੇ 'ਚ ਵਸਦਾ ਹੈ, ਜਿਹੜਾ ਘੱਟ ਮੈਂ ਹਰਜੂ ਬਸਿਆ, ਉਹ ਦੁੱਖ ਨਾ ਜਾਏ। ਦਰਦ ਸਮਝ ਆ ਗਿਆ। ਇਸ ਗੱਲ ਨੂੰ ਆਪਣੇ ਉੱਤੇ ਕਾਬੂ ਪਾਉਣ ਵਾਸਤੇ ਇੱਕ ਕੋਟੇਸ਼ਨ ਸਾਡੇ ਬੜੇ ਕੰਮ ਆਉਂਦੀ ਹੈ। ਸਾਨੂੰ ਸਹਿਜੇ ਹੀ ਬੋਲਣ ਦੀ ਠੀਕ ਆਦਤ ਪੈ ਜਾਂਦੀ ਹੈ। ਉਹ ਕੀ? ਇਹ ਐਕਸਰਸਾਈਜ਼ ਹੈ। ਜੋ ਕੁਝ ਬੋਲੋ ਸੋਚ ਕੇ ਬੋਲੋ। ਇਹਨੂੰ ਅਸੀਂ ਆਪਣੇ ਘਰਾਂ ਦੀਆਂ ਦੀਵਾਰਾਂ ਤੇ ਲਿਖ ਕੇ ਟੰਗ ਲਈਏ, ਆਪਣੇ ਆਫਿਸ ਦੇ ਵਿੱਚ ਲਿਖ ਲਈਏ, ਤਾਂ ਕਿ ਆਪਣੇ ਨੌਕਰ ਦੇ ਨਾਲ, ਆਪਣੇ EMPLOYEES ਦੇ ਨਾਲ ਵੀ ਢੰਗ ਨਾਲ ਬੋਲੀਏ। ਜੋ ਕੁਝ ਬੋਲੋ ਸੋਚ ਕੇ ਬੋਲੋ। ਪਰ ਇਹ ਜ਼ਰੂਰੀ ਨਹੀਂ ਕਿ ਜੋ ਕੁਝ ਸੋਚਿਆ ਉਹ ਸਾਰਾ ਬੋਲ ਦਿਓ। ਇਹ ਗੱਲ ਸਾਨੂੰ ਆਸਤਾ ਸਿਖਾ ਦੇਗੀ, ਸਾਡੀ ਬੋਲੀ ਨੂੰ ਕਾਬੂ ਕਰ ਦੇਗੀ। ਅਸੀਂ ਮਿੱਠਾ ਬੋਲਣਾ ਸਿੱਖਦੇ ਜਾਵਾਂਗੇ, ਕਿਉਂਕਿ ਅਸੀਂ ਜਦੋਂ ਇਹ ਸੋਚਦੇ ਰਹਾਂਗੇ ਕਿ ਮੇਰੇ ਬੋਲ ਦੇ ਨਾਲ ਕੋਈ ਦੁੱਖ ਨਾ ਜਾਏ। ਸ਼ਬਦ ਦੇ ਦੂਸਰੇ ਪਦ ਵਿੱਚ ਕਹਿੰਦੇ ਹਨ, ਦੁਖੀ ਦੁਹਾਗਨ ਦੋਏ ਪੱਖ ਹੀਨੀ। ਜਿਹੜੀ ਦੁਖੀ ਹੈ ਨਾ, ਦੁਹਾਗਨ ਹੈ। ਦੁਹਾਗਨ ਕਿਉਂ ਹੈ? ਕਿਉਂਕਿ ਡੁਐਲਿਟੀ 'ਚ ਰਹਿੰਦੀ ਹੈ। ਦੋਏ ਪੱਖ ਹੀਨੀ, ਦੋਏ ਪੱਖ ਹੀਨੀ ਦੇ ਲਫ਼ਜ਼ੀ ਅਰਥ ਨੇ ਵੀ ਉਹਦਾ ਲੋਕ ਵੀ ਗਿਆ ਤੇ ਪਰਲੋਕ ਵੀ ਗਿਆ। ਪਰ ਅਸੀਂ ਸਮਝੀਏ ਦੋਏ ਪੱਖ ਹੀਨੀ ਕੀ ਹੈ। ਦੋਏ ਪੱਖ ਹੀਨੀ ਮੀਨਸ ਉਹਦਾ ਲੋਕ ਮੀਨਸ ਮਟੀਰੀਅਲ ਵਰਲਡ ਵਿੱਚ ਉਹ ਸਰੀਰਕ ਤੌਰ ਤੇ ਅਤੇ ਮਾਇਕੀ ਤੌਰ ਤੇ ਵੀ ਸੁਖੀ ਰਹਿੰਦਾ, ਲੇਕਿਨ ਆਪਣਾ ਪਰਲੋਕ ਮੀਨਸ ਚੰਗੇ ਗੁਣਾਂ ਵਾਲਾ ਪੱਖ ਉਹ ਜ਼ਾਇਆ ਨਹੀਂ ਕਰਨ ਦਿੰਦਾ, ਉਸ ਨੂੰ ਮਿਸ ਨਹੀਂ ਕਰਦਾ। ਆਮ ਤੌਰ ਤੇ ਦੁਨੀਆ सोचती है अगर हमारा ये लोक ठीक है या नहीं है तो परलोक को ठीक कर लो, ऐसे दान कर दो, ऐसे धार्मिक स्थान पे चले जाओ, ऐसे कुछ कर दो। लेकिन लोक ठीक नहीं है तो परलोक संवर ही नहीं सकता। पर परलोक ਨੂੰ ਉਹਨਾਂ ਨੇ ਮਰਨ ਤੋਂ ਬਾਅਦ ਸਮਝ ਲਿਆ। ਇੱਕ ਪਰਲੋਕ ਹੈ ਜੀਂਦੇ ਜੀ, ਉਹ ਕੀ ਹੈ? ਚੰਗੇ ਗੁਣਾਂ ਦਾ ਖਜ਼ਾਨਾ। ਜੇ ਅਸੀਂ ਉਹ ਚੰਗੇ ਗੁਣਾਂ ਦਾ ਖਜ਼ਾਨਾ ਨਹੀਂ ਸੰਭਾਲਦੇ ਹਾਂ ਤੇ ਸਾਡਾ ਜਿਹੜਾ ਲੋਕ ਹੈ ਉਹ ਵੀ ਜ਼ਾਇਆ ਜਾਂਦਾ ਹੈ। ਕਿਵੇਂ? ਲੋਕੀ ਕੌੜਾ ਬੋਲਦੇ ਨੇ ਆਪਣੇ ਨੌਕਰ ਦੇ ਨਾਲ ਤੇ ਨੌਕਰ ਖਾਣ ਦੀ ਰੋਟੀ ਵਿੱਚ ਹੀ ਜ਼ਹਿਰ ਪਾ ਦਿੰਦਾ ਹੈ। ਲੋਕ ਵੀ ਗਿਆ, ਪਰਲੋਕ ਵੀ ਗਿਆ। ਪਰ ਜਿਹੜੇ ਲੋਕਾਂ ਕੋਲ ਲੋਕ ਹੈ, ਭਾਵ ਮਾਇਆ ਹੈ, ਭਾਵ ਉਹ ਕਿਸੇ ਵੀ ਪੱਖੋਂ ਆਪਣੀ ਚੜ੍ਹਦੀ ਕਲਾ 'ਚ ਹਨ, ਤਾਂ ਉਹ ਆਪਣੇ ਪਰਲੋਕ ਨੂੰ ਨਹੀਂ ਜਾਣ ਦਿੰਦੇ ਨੇ, ਆਪਣੇ ਗੁਣਾਂ ਨੂੰ। ਜੇ ਜਾਣ ਦੇਣ ਤਾਂ ਡੁਐਲਿਟੀ 'ਚ ਆ ਗਏ। ਜੋ ਹੀ ਡੁਐਲਿਟੀ 'ਚ ਆਏ, ਦੁਹਾਗਨ ਹੋ ਗਈ। ਅਸੀਂ ਹਮੇਸ਼ਾ ਦੁਖੀ ਰਹਿੰਦੇ ਹਾਂ। ਕਿਉਂ? ਆਪਣੇ ਦੋ ਨੋਕੀਏ ਤੀਰ ਇਸ ਜ਼ਬਾਨ ਤੋਂ ਚਲਾਉਣ ਦੇ ਕਾਰਨ। ਇਹ ਜ਼ਬਾਨ ਤਾਂ ਇੱਕ ਵਾਰੀ ਚਲਦੀ ਹੈ, ਪਰ ਇਸ ਦਾ ਫੱਟ ਦੂਜੇ ਨੂੰ ਇਤਨਾ ਨਹੀਂ ਪੈਂਦਾ ਜਿਤਨਾ ਆਪਣੇ ਆਪ ਨੂੰ ਪੈਂਦਾ ਹੈ।
दुखी दुहागन दोए पख हीनी, दुहागन है जिन नाह निरंतर भगत न कीनी। जिसने नाह मीन्स परमात्मा, शौ मालिक, पति, निरंतर लगातार विदाउट ब्रेक भगत न कीनी, जिसने अपने आप ਨੂੰ परमात्मा ਨਾਲ हमेशा जोड़ी रखण वाली भगती नहीं कीती। हमेशा जोड़न वाली भगती की है? ਉਹ ਦੂਜਿਆਂ ਦਾ ਦਰਦ ਸਮਝਦੀ ਹੈ। ਜਿਉਂ ਹੀ ਦੂਜਿਆਂ ਦਾ ਦਰਦ ਸਮਝਦੀ ਹੈ ਤੇ ਦੂਜਿਆਂ ਦਾ ਦਰਦ ਕੀ ਹੈ? ਜਿਹੜਾ ਮਨੁੱਖ ਅਸੀਂ ਦੇਖਦੇ ਹਾਂ ਇਹ ਮਿੱਠਾ ਬੋਲਦਾ ਹੈ, ਜਿਹੜਾ ਮਨੁੱਖ ਅਸੀਂ ਦੇਖਦੇ ਹਾਂ ਕਿ ਚੰਗੇ ਜੀਵਨ ਵਾਲਾ ਹੈ, ਜਿਹੜਾ ਮਨੁੱਖ ਅਸੀਂ ਦੇਖਦੇ ਹਾਂ ਕਿ ਸੱਚ ਦੇ ਉੱਤੇ ਆਪਣੀ ਜਾਨ ਕੁਰਬਾਨ ਕਰਨ ਨੂੰ ਤਿਆਰ ਹੈ, ਆਪਣਾ ਆਪਾ ਵਾਰਨ ਨੂੰ ਤਿਆਰ ਹੈ, ਆਪਣੇ ਆਪ ਨੂੰ ਵਿਕਾਉਣ ਵਾਸਤੇ ਤਿਆਰ ਹੈ, ਇਹ ਉਸ ਦਾ ਦਰਦ ਹੈ। ਕਿਉਂਕਿ ਉਸ ਨੂੰ ਪਤਾ ਜੇ ਮੈਂ ਇੰਝ ਨਾ ਕਰਾਂ ਤਾਂ ਮੈਨੂੰ ਦੂਜਿਆਂ ਦੇ ਸਿਰ ਤੇ ਚੜ੍ਹਨਾ ਪੈਂਦਾ, ਮੈਨੂੰ ਦੂਜਿਆਂ ਨੂੰ ਡੋਮੀਨੇਟ ਕਰਨਾ ਪੈਂਦਾ। ਉਹ ਦੁਹਾਗਨ ਹੈ ਜਿਹੜੀ ਆਪਣੇ ਘਰ ਦੀ ਨੌਕਰਾਨੀ ਨੂੰ, ਆਪਣੇ ਨੌਕਰ ਨੂੰ ਜਾਂ ਕਿਸੇ ਦੇ ਨਾਲ ਮਾੜਾ ਬੋਲਦੀ ਹੈ, ਭਾਵੇਂ ਕੋਈ ਰਿਲੇਸ਼ਨ ਹੋਏ, ਹਸਬੈਂਡ ਵਾਈਫ ਹੋਏ, ਮਾਂ ਬੇਟਾ ਹੋਵੇ, ਜਾਂ ਆਫਿਸ ਅੰਦਰ ਕੋਈ ਐਮਪਲੋਈ ਹੋਏ, ਜਾਂ ਸਾਡੇ ਘਰ ਦੇ ਨੌਕਰ ਹੋਣ, ਤਾਂ ਕੀ ਹੁੰਦਾ ਹੈ? ਅਸੀਂ ਟੁੱਟ ਜਾਂਦੇ ਹਾਂ, ਅਸੀਂ ਦੁਹਾਗਨ ਹੋ ਜਾਂਦੇ ਹਾਂ। ਉਹ ਨਿਰੰਤਰ ਭਗਤੀ ਨਹੀਂ ਰਹਿੰਦੀ ਹੈ। ਦੁਖੀ ਦੁਹਾਗਨ ਦੋਏ ਪਖ ਹੀਨੀ, जिन नाह निरंतर भगत न कीनी। पुरसलात का पंथ दुहेला। पुरसलात मुसलमान मत विच पुरसलात कहते हैं, पुलसरात मीन्स आफ्टर डेथ। एक ऐसा मुश्किल रस्ता है जिहड़ा वाल जितना पतला है, उस ब्रिज तो लंघ के जाना पैंदा है। रविदास जी कहते हैं पुरसलात का पंथ दुहेला, संग ना साथी गवन इकेला। जिवें समझते ने मरण तो बाद उस ब्रिज तो पुलिस रात दे लंघ के जाना पेगा कलियां, पर ऐसा है तेरा मौजूदा जीवन विच एक पुरसलात है, एक वो ब्रिज है। वो की तेरी रोज़ाना जीवनी, तेरी रोज़मर्रा दी जीवनी विच पल पल जिहड़ा तू जींदा, उस जीवनी दे विच जींदे जी तैनूं की होएगा जेकर तू सच नाल नहीं जुड़िया। सच की है? जो रब जी ने, जो सब दे विच वसदे ने, घट घट में हरजू बसे जो है, वो किसी दा दिल ना दुखाना। लेकिन जिहड़ी सुहागन है वो कहती है जे मैं दिल दुखावां तो मैं दुहागन हो जाती हाँ। पर ये वाला दर्द दुहागन नूं सुहागन दा समझ नहीं आता है कि सुहागन क्यों सच नाल जुड़ी हुई है। ये सुहागन अपने जीवन करके इस तरह उच्चियां क्यों है? आम मनुख समझदा है जे असी सच बोलन लग पईए, जे असी दुकान ते हेरा फेरी ना करिए तां ते लोकी सानू वेच खाण। उसनू नहीं पता ये दुहागन अवस्था है। जे मैं अपने नौकर नू वक़्त सिर ना समझांदा या ना समझांदी तां इसने फिर नुकसान करना सी। इस करके इसनू इस वेले लैसन देना जरूरी सी। असी अपने तो जिसनू भी नीवा समझते हाँ उसनू लैसन देन लग पैंदे हाँ। पर रब जी तो सानू कोई लैसन कदी नहीं देंदे ने। रब जी जो प्यार ही करते हैं, पर असी जो दूजिਆਂ ਨੂੰ लैसन देन लग पैंदे हाँ रब जी तो टुट जाते हैं, पर उसी वेले दुहागन अवस्था च आ जाते हैं। सुहागन कौन है? असी सुहागन नू देख के उस वांगू नकल मारते हैं। वो नकल की मारते हैं कि जिस तरह वो सुहागन कर रही है वैसे कर्म कांड करन लग पैंदे हैं। ये तो ਉਂਝ गल हो गई। रीसा करे तिनाड़ियां जो सेवें दर खड़ियां। वो सेवें दर खड़ियां की है? वो अंदरों ही मिठा बोलते हैं, वो अंदरों ही दूजियां दा दिल नहीं दुखाते हैं, उन्हां कोलों भुल भुलेखे भी ऐसे बोल नहीं निकलते हैं। सुहागन ये दर्द सुहागन दा दुहागन नहीं जानती। पर जींदे जी जिहड़ा साडा पुलस रात दा पुल है वो की है? इहो है। भगतां की चाल निराली की है? चाला निराली भगतां केरी बिखम मार्ग चलना। बिखम मार्ग की है? वो जिथों लंघ के जाते ने प्यार दी हमदर्दी मिठी भरी नज़र नाल देखते हैं। जिथों लंघ के जाते ने सब दे नाल प्यार दी बोली बोलते हुए लंघते हैं। यही है। पर जदों असी किसी दे नाल कौड़ा बोलते हाँ उस वेले साडा संगी साथी कोई नहीं होंदा।
ਕੋਈ ਸਾਡਾ ਸਾਥ ਨਹੀਂ ਦੇ ਸਕਦਾ। ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ, ਉਜਲ ਕਹਿ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜੇ 100 ਧੋਵਾਂ ਤਿਸ। ਅੰਦਰ ਜੇ ਕਾਲਕ ਹੋਵੇ, ਕਹਿ ਦਾ ਭਾਂਡਾ ਕਾਪਰ ਦਾ, ਉਹਨੂੰ 100 ਵਾਰੀ ਧੋਤਾ ਜਾਏ, ਕਾਲਕ ਫਿਰ ਨਿਕਲ ਆਉਂਦੀ ਹੈ। ਕਹਿੰਦੇ ਹਨ, ਜੇ ਗੁਣ ਨਾਲ ਚੰਗੇ ਹੋਣ, ਸੱਜਣ ਸਹੀ ਨਾਲ ਮੈਂ, ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਣ। ਉੱਥੇ ਖੜੇ ਨਾਲ ਦਿਸਦੇ ਨੇ। ਇਹਦਾ ਮਤਲਬ ਕੀ ਹੋਇਆ ਕਿ ਅਸੀਂ ਚੰਗੇ ਗੁਣਾਂ ਨੂੰ ਹਮੇਸ਼ਾ ਆਪਣੇ ਨਾਲ ਰੱਖੀਏ। ਉਹਨਾਂ ਚੰਗੇ ਗੁਣਾਂ ਦੇ ਕਾਰਨ ਅਸੀਂ ਬਿਖਮ ਮਾਰਗ ਤੋਂ ਲੰਘਦੇ ਚਲੇ ਜਾਵਾਂਗੇ। ਇਹੋ ਹੀ ਭਵਜਲ ਸਮੁੰਦਰ ਪਾਰ ਹੋਣਾ ਜ਼ਿੰਦਗੀ ਦਾ। ਇਹੀ ਉਹ ਸੰਗ ਨਾ ਸਾਥੀ ਗਵਨ ਅਕੇਲਾ ਵੇਲੇ। ਆਪਣੇ ਕੋਲ ਸਾਥੀ ਕੌਣ ਹੋ ਸਕਦਾ? ਸਾਡੇ ਗੁਣ। ਮਾਤਾ ਪਿਤਾ, ਭੈਣ ਭਰਾ, ਦੋਸਤ ਮਿੱਤਰ, ਈਵਨ ਗੁਰੂ ਵੀ ਸਾਡਾ ਸਾਥ ਨਹੀਂ ਦੇ ਸਕਦਾ ਜਿਹੜਾ ਸਰੀਰਕ ਗੁਰੂ ਹੁੰਦਾ ਜਾਂ ਕੋਈ ਸਰੀਰਕ ਸੰਤ ਹੁੰਦਾ। ਸਾਥ ਕੌਣ ਦੇ ਸਕਦਾ? ਚੰਗੇ ਗੁਣ। ਉਹੀਓ ਨਾਲ ਸਾਥ ਹੁੰਦੇ ਨੇ ਜਿਹੜੇ ਉਸ ਮੁਸ਼ਕਿਲ ਪੁਲਸ ਰਾਤ ਦੇ ਬ੍ਰਿਜ ਤੋਂ ਲੰਘਾ ਦਿੰਦੇ ਨੇ। ਜੀਵਨ ਵਿੱਚ ਅਸੀਂ ਸੰਗ ਨਾਲ ਸਾਥੀ ਰਹਿ ਜਾਂਦੇ ਹਾਂ ਜਦੋਂ ਅਸੀਂ ਕਿਸੇ ਦਾ ਦਰਦ ਨਹੀਂ ਸਮਝਦੇ ਹਾਂ। ਜਿਹੜਾ ਮਨੁੱਖ ਦੂਜਿਆਂ ਦਾ ਦਰਦ ਸਮਝਣ ਲੱਗ ਪੈਂਦਾ ਉਹ ਕਿਸੇ ਨਾਲ ਧੋਖਾ ਨਹੀਂ ਕਰ ਸਕਦਾ। ਅੱਜ ਦੀ ਲੈਂਗੁਏਜ ਬਦਲਣੀ ਪਏਗੀ ਸਾਨੂੰ। ਅਸੀਂ ਲੋਕਾਂ ਨੂੰ ਕਹਿੰਦੇ ਹਾਂ ਦੂਸਰੋਂ ਕੋ ਚੀਟ ਮਤ ਕਰੋ, ਦੂਸਰੋਂ ਕੋ ਧੋਖਾ ਮਤ ਦੋ। ਪਰ ਜਿਹੜਾ ਦੂਜਿਆਂ ਦਾ ਦਰਦ ਸਮਝ ਜਾਏਗਾ ਨਾ, ਉਹ ਦੂਸਰੋਂ ਕੋ ਧੋਖਾ ਦੇ ਨਹੀਂ ਸਕੇਗਾ। ਕਿਸ ਤਰ੍ਹਾਂ ਮੈਂ ਪੜ੍ਹ ਰਿਹਾ ਸੀ, ਇੱਕ ਵਾਰੀ ਭੁਚਾਲ ਆਇਆ ਜਾਪਾਨ ਵਿੱਚ। ਭੁਚਾਲ ਤੋਂ ਬਾਅਦ ਸਾਰੇ ਉਸ ਜਗ੍ਹਾ ਦੀ ਬੱਤੀ ਚਲੀ ਗਈ, ਮਕਾਨ ਡਿੱਗ ਪਏ, ਲੋਕੀ ਉਜੜੇ ਹੋਏ ਸਨ। ਕਈਆਂ ਦੇ ਮਕਾਨ ਠੀਕ ਵੀ ਸਨ ਪਰ ਬੱਤੀ ਨਹੀਂ ਸੀ। ਇੱਕ ਅਮਰੀਕਨ ਜਰਨਲਿਸਟ ਕਹਿੰਦਾ, ਮੈਂ ਥਾਂ ਥਾਂ ਤੇ ਜਾ ਕੇ ਲੋਕਾਂ ਨੂੰ ਪੁੱਛ ਰਿਹਾ ਸਾਂ। ਇੱਕ ਦੁਕਾਨ ਤੇ ਗਿਆ ਤਾਂ ਇੱਕ ਗ੍ਰਾਹਕ ਆਇਆ। ਉਸ ਦੁਕਾਨ ਦੀ ਉਸ ਇਸਤਰੀ ਨੂੰ ਪੁੱਛਦਾ ਹੈ, ਡੂ ਯੂ ਹੈਵ ਦ ਬੈਟਰੀਜ਼? उसने कहा यस आई हैव द बैटरीज। इसने पूछा व्हाट्स द प्राइस? शी सेड $2। ਉਹਨੇ ਉਹਨੂੰ $2 ਦੀ ਬੈਟਰੀ ਦੇ ਦਿੱਤੀ। ਇਹ ਜਰਨਲਿਸਟ ਉਹਨੂੰ ਪੁੱਛਦਾ ਹੈ, ਦਿਸ ਵਾਜ਼ ਦ ਹਾਈ ਟਾਈਮ, ਯੂ ਕੁਡ ਮੇਕ ਮੋਰ ਮਨੀ, ਪੀਪਲ ਨੀਡ ਇਟ ਐਂਡ ਯੂ ਕੁਡ ਸੈਲ ਔਨ ਹਾਇਰ ਪ੍ਰਾਈਸ। ਤਾਂ ਉਹ ਜਾਪਾਨਣ ਕਹਿੰਦੀ ਹੈ, ਆਈ ਡੋਂਟ ਵਾਂਟ ਟੂ ਅਰਨ ਔਨ ਦ ਸਫਰਿੰਗਸ ਆਫ ਅਦਰਸ। ਦੂਜਿਆਂ ਦੀ ਸਫਰਿੰਗ, ਦੂਸਰਿਆਂ ਦੇ ਦੁੱਖ ਵੇਲੇ ਮੈਂ ਜ਼ਿਆਦਾ ਨਹੀਂ ਕਮਾਉਣਾ ਚਾਹੁੰਦੀ। ਜਿਸ ਮਨੁੱਖ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਉਹ ਦੂਜਿਆਂ ਨੂੰ ਚੀਟ ਨਹੀਂ ਕਰ ਸਕਦਾ। ਪਰ ਸਾਨੂੰ ਇਹ ਸਮਝ ਨਹੀਂ ਆਈ ਹੈ, ਦੂਜੇ ਦੁਖੀ ਨਹੀਂ ਹਨ ਤਾਂ ਵੀ ਅਸੀਂ ਉਹਨਾਂ ਨੂੰ ਲੁੱਟਣਾ ਚਾਹੁੰਦੇ ਹਾਂ, ਦੂਜੇ ਦੁਖੀ ਹਨ ਤਾਂ ਵੀ ਅਸੀਂ ਉਹਨਾਂ ਨੂੰ ਚੀਟ ਕਰਨਾ ਚਾਹੁੰਦੇ ਹਾਂ, ਕਿਉਂਕਿ ਸਾਨੂੰ ਦੂਜਿਆਂ ਦਾ ਦਰਦ ਹੀ ਨਹੀਂ ਸਮਝ ਆਇਆ। ਸੰਗ ਨਾ ਸਾਥੀ ਗਵਨ ਅਕੇਲਾ। ਲੇਕਿਨ ਜੇ ਅਸੀਂ ਅਕੇਲੇ ਹੋ ਜਾਈਏ, ਭਾਵ ਜੇ ਅਸੀਂ ਐਸੇ ਦਰਦ ਨੂੰ ਨਾ ਸਮਝੀਏ ਔਰ ਦੂਜਿਆਂ ਦਾ ਦਿਲ ਢਾਂਦੇ ਰਹੀਏ, ਫਿਰ ਉਸ ਤੋਂ ਬਾਅਦ ਜਿਤਨੀ ਮਰਜ਼ੀ ਪ੍ਰੇਅਰ ਪ੍ਰਾਰਥਨਾ ਕਰਦੇ ਰਹਿ ਜਾਈਏ, ਦੁਖੀਆ, ਦਰਦਵੰਦ, ਡਰ ਆਇਆ, ਬਹੁਤ ਬਿਆਸ, ਜਵਾਬ ਨਾ ਪਾਇਆ, ਫਿਰ ਸਾਨੂੰ ਜਵਾਬ ਨਹੀਂ ਮਿਲਦਾ ਉੱਥੋਂ। ਅਸੀਂ ਗਿੜਗਿੜਾ ਕੇ ਕਹਿੰਦੇ ਹਾਂ ਕਿ ਮੈਂ ਦੁਖੀ ਹਾਂ, ਦਰਦਵੰਦ, ਤੇਰੇ ਦਰ ਤੇ ਆਇਆ, ਡਿੱਗਦੇ ਹਾਂ। ਸਰੈਂਡਰੈਂਸ ਜੇ ਪ੍ਰੋਪਰ ਹੋ ਜਾਏ ਤਾਂ ਅਸੀਂ ਕਿਸੇ ਨੂੰ ਦੁਖਾ ਨਹੀਂ ਸਕਾਂਗੇ। ਲੇਕਿਨ ਜੇ ਅਸੀਂ ਬਾਰੋਂ ਕਰੀਏ ਹਿਪੋਕ੍ਰੇਸੀ ਵਾਲੀ, ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਏ ਵਾਲੀ, ਤਾਂ ਦੁਖੀਆ, ਦਰਦਮੰਦ, ਦਰ ਆਇਆ, ਬਹੁਤ ਪਿਆਸ, ਜਵਾਬ ਨਾ ਪਾਇਆ। ਅਸੀਂ ਜਿਤਨਾ ਵੀ ਕਹੀਏ ਰੱਬ ਜੀ ਮੈਨੂੰ ਦਰਸ਼ਨ ਦਿਓ, ਰੱਬ ਜੀ ਦਰਸ਼ਨ ਨਹੀਂ ਦਿੰਦੇ ਨੇ। ਰੱਬ ਜੀ ਸਾਡੀ ਗੱਲ ਸੁਣਦੇ ਹੀ ਨਹੀਂ ਹਨ। ਕਿਉਂ? ਕਿਉਂਕਿ ਅਸੀਂ ਦੂਜਿਆਂ ਦਾ ਦਰਦ ਨਹੀਂ ਸਮਝੇ। ਕਹਿੰਦੇ ਹਨ, ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ। ਹੁਣ ਰਵਿਦਾਸ ਜੀ ਕਹਿੰਦੇ ਹਨ, ਇਹ ਪਰਮਾਤਮਾ ਜੀ, ਇਹ ਰੱਬ ਜੀ, ਮੈਂ ਤੁਹਾਡੀ ਸ਼ਰਨ ਆਇਆ। ਮੈਨੂੰ ਨਹੀਂ ਸਮਝ ਆਉਂਦੀ ਕਿ ਮੈਂ ਕਿਸ ਤਰ੍ਹਾਂ ਕਰਾਂ। ਮੈਨੂੰ ਨਹੀਂ ਸਮਝ ਆਉਂਦੀ ਕਿ ਮੈਂ ਜੀਵਨ ਜਾਂਚ ਕਿੱਥੋਂ ਸਿੱਖਾਂ। ਆਪਣੇ ਆਪ ਨੂੰ ਰੱਬ ਜੀ ਦੇ ਦਰ ਤੇ ਪ੍ਰੋਪਰਲੀ, ਫੁੱਲ ਹਾਰਟਿਡਲੀ ਸਰੈਂਡਰ ਕਰਦੇ ਹਨ। ਕਹਿੰਦੇ ਹਨ, ਜਿਉਂ ਜਾਨੋ ਤਿਉਂ ਕਰ ਗਤ ਮੇਰੀ। ਵੀ ਜਿਸ ਤਰ੍ਹਾਂ ਤੁਹਾਨੂੰ ਪਾਉਂਦਾ ਹੈ, ਇਹ ਖੁਦਾ ਜੀ, ਇਹ ਰੱਬ ਜੀ, ਇਹ ਵਾਹਿਗੁਰੂ ਜੀ, ਇਹ ਰਾਮ ਜੀ, ਜਿਸ ਤਰ੍ਹਾਂ ਤੁਹਾਨੂੰ ਪਾਉਂਦਾ ਹੈ ਮੇਰੀ ਗਤੀ ਕਰ ਦਿਓ। ਸਾਰੇ ਸ਼ਬਦ ਵਿੱਚ ਗਤੀ ਕਰਾਉਣ ਦਾ ਮੈਸੇਜ ਕੀ ਹੈ?
ਦੂਜਿਆਂ ਦਾ ਦਰਦ ਸਮਝਣਾ। ਜਿਹੜਾ ਮਨੁੱਖ ਦੂਜਿਆਂ ਦਾ ਦਰਦ ਸਮਝ ਲੈਂਦਾ ਹੈ, ਉਹ ਮਨੁੱਖ ਦੂਜਿਆਂ ਦੇ ਦਰਦ ਵੰਡਾਉਣ ਟੁਰ ਪੈਂਦਾ ਹੈ। ਮੈਂ ਪੜ੍ਹ ਰਿਹਾ ਸਾਂ ਇੱਕ ਵਾਰੀ ਡਾਕਟਰ ਵਿਲੀਅਮਸ, ਉਹ ਸੋਚਦਾ ਹੈ ਕਿ ਮੈਂ ਗਰੀਬਾਂ ਦਾ ਭਲਾ ਕਰਾਂ ਜਾ ਕੇ। ਅਮਰੀਕਾ ਵਿੱਚ ਡਾਕਟਰ ਬੜਾ ਪੈਸਾ ਕਮਾਉਂਦੇ ਨੇ, ਪਰ ਉਸਦੇ ਘਰ ਵਾਲੇ ਕਹਿੰਦੇ ਨੇ, ਇਫ ਯੂ ਵਿਲ ਗੋ ਫॉर ਪੂਅਰਸ then who will pay the money? They are not able to pay the bills. ਇਹ ਕਹਿੰਦਾ ਉਹ ਬਿੱਲ ਪੇ ਕਰ ਸਕਦੇ ਕਿ ਨਹੀਂ ਕਰ ਸਕਦੇ ਨੇ। ਮੈਨੂੰ ਉਹਨਾਂ ਦਾ ਦਰਦ ਆ ਗਿਆ, ਮੈਂ ਪੂਅਰਸ ਦੀ ਜਾ ਕੇ ਹੈਲਪ ਕਰਨਾ ਚਾਹੁੰਦਾ। ਉਹ ਸਲਮ ਏਰੀਆਜ਼ ਵਿੱਚ, ਪੂਅਰ ਪੀਪਲ ਦੇ ਏਰੀਆਜ਼ ਵਿੱਚ ਜਾ ਕੇ ਹੈਲਪ ਕਰਨ ਲੱਗ ਪੈਂਦਾ ਹੈ। ਰੋਜ਼ ਉਹਨਾਂ ਨੂੰ ਦਵਾਈ ਦੇਣ ਲੱਗ ਪੈਂਦਾ ਹੈ। ਆਸਤਾ ਆਸਤਾ ਉੱਥੇ ਦੁਕਾਨਾਂ ਦੇ ਵਿੱਚ, ਪੌੜੀਆਂ ਦੇ ਉੱਪਰ, ਛੋਟੀ ਜਿਹੀ ਮਿਆਨੀ ਦੇ ਉੱਤੇ ਇੱਕ ਕਲੀਨਿਕ ਖੋਲ੍ਹ ਲੈਂਦਾ ਗਰੀਬਾਂ ਵਾਸਤੇ ਫ੍ਰੀ। ਗਰੀਬ ਆਉਂਦੇ ਹਨ, ਦਵਾਈ ਲੈ ਜਾਂਦੇ ਹਨ, ਸਾਰੇ ਉਸ ਨੂੰ ਪਿਆਰ ਕਰਦੇ ਹਨ। ਆਸਤਾ ਆਸਤਾ ਇਹ ਸਾਰੇ ਗਰੀਬਾਂ ਨੂੰ ਫ੍ਰੀ ਦਵਾਈ ਦਿੰਦਾ ਦਿੰਦਾ ਸਭ ਦਾ ਪਿਆਰ ਲੈਂਦਾ ਰਹਿੰਦਾ ਹੈ। ਕਿਸ ਤਰ੍ਹਾਂ? ਸਭ ਦੇ ਨਾਲ ਦਰਦ ਵੰਡ ਕੇ। ਜਦੋਂ ਉਹਦੇ ਕੋਲ ਕੋਈ ਹੁਨਰ ਹੈ, ਅਸੀਂ ਸਿੱਖ ਲਈਏ ਕਿ ਜਦੋਂ ਵੀ ਸਾਡੇ ਕੋਲ ਕੋਈ ਹੁਨਰ ਹੋਏ, ਉਸ ਹੁਨਰ ਦੇ ਨਾਲ ਅਸੀਂ ਦੂਸਰਿਆਂ ਦੇ ਮਿਸਯੂਜ਼ ਨਾ ਕਰੀਏ। ਉਸ ਹੁਨਰ ਦੇ ਨਾਲ ਅਸੀਂ ਦੂਜਿਆਂ ਦੇ ਮੋਢੇ 'ਤੇ ਚੜ੍ਹ ਕੇ ਆਪਣੇ ਸੁੱਖ ਨਾ ਲੱਭੀਏ। ਅਸੀਂ ਕੀ ਕਰੀਏ? ਉਸ ਹੁਨਰ ਦੇ ਨਾਲ ਦੂਜਿਆਂ ਦਾ ਦਰਦ ਵੰਡਾਈਏ। ਕਿਉਂਕਿ ਜਿਹੜਾ ਮਨੁੱਖ ਦੂਜਿਆਂ ਨੂੰ ਡੋਮੀਨੇਟ ਕਰਦਾ ਹੈ, ਉਹ ਡੋਮੀਨੇਟ ਕਿਉਂ ਕਰਦਾ? ਹੀ ਹੈਜ਼ ਵਨ ਬੈਟਰ ਕੁਆਲਿਟੀ ਦੈਨ ਅਦਰਸ। ਉਸ ਕੁਆਲਿਟੀ ਦੇ ਕਾਰਨ ਦੂਜਿਆਂ ਨੂੰ ਡੋਮੀਨੇਟ ਕਰਦਾ ਹੈ, ਪਰ ਲਵ ਲੂਜ਼ ਕਰ ਜਾਂਦਾ ਹੈ, ਉਹਨੂੰ ਪਿਆਰ ਨਹੀਂ ਪ੍ਰਾਪਤ ਹੋ ਸਕਦਾ। ਪਰ ਜੇ ਉਸੇ ਕੁਆਲਿਟੀ ਦੇ ਨਾਲ ਉਹ ਦੂਜਿਆਂ ਦਾ ਦਰਦ ਵੰਡਾਉਣ ਲੱਗ ਪਵੇ, ਬਾਬਾ ਦੇਖਿਆ ਹੈ, ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਾਈ। ਗੁਰੂ ਨਾਨਕ ਪਾਤਸ਼ਾਹ ਨੂੰ ਸਾਰੀ ਜਲਦੀ ਪ੍ਰਿਥਵੀ ਨਜ਼ਰ ਆਉਂਦੀ ਸੀ, ਦਰਦ ਵੰਡਾਉਣ ਟੁਰ ਪਏ। ਜਦੋਂ ਦਰਦ ਵੰਡਾਉਣ ਲੱਗ ਪੈਂਦਾ ਹੈ, ਡਾਕਟਰ ਵਿਲੀਅਮਸ, ਸਾਰੇ ਉਸ ਨੂੰ ਪਿਆਰ ਕਰਨ ਲੱਗ ਪੈਂਦੇ ਨੇ। ਪਰ ਕਿਉਂਕਿ ਉਹ ਮਨੀ ਅਰਨ ਨਹੀਂ ਸੀ ਕਰ ਰਿਹਾ, ਇਸ ਕਰਕੇ ਉਹਦੇ ਪਰਿਵਾਰ ਵਾਲੇ, ਉਹਦੀ ਪਤਨੀ, ਉਹਦੇ ਮਾਂ-ਪਿਓ, ਉਹਦੇ ਬੱਚੇ ਉਹਦਾ ਸਾਥ ਛੋੜ ਜਾਂਦੇ ਨੇ। ਕੁਛ ਚਿਰ ਬਾਅਦ ਇਹ ਸਾਰੀ ਗਰੀਬਾਂ ਦੀ, ਮਨੁੱਖਤਾ ਦੀ ਸੇਵਾ ਕਰਦੇ ਕਰਦੇ ਡਾਕਟਰ ਵਿਲੀਅਮਸ ਮਰ ਜਾਂਦਾ ਹੈ। ਜਿਸ ਦਿਨ ਮਰਦਾ ਹੈ, ਉਹਦੇ ਘਰ ਵਾਲੇ ਤਾਂ ਕੋਈ ਨਹੀਂ ਆਉਂਦੇ। ਧਰਤੀ 'ਤੇ ਜਿੱਥੇ ਵੀ ਮਨੁੱਖ ਦੀ ਡੈੱਡ ਬੋਡੀ ਨੂੰ ਦਬਾਇਆ ਜਾਂਦਾ ਹੈ, ਉਹਦਾ ਖਰਚਾ ਹੈ। ਜ਼ਮੀਨ ਖਰੀਦਣੀ ਪਏਗੀ, ਉਸ ਨੂੰ ਦਬਾਉਣਾ ਪਏਗਾ, ਉਹਦੇ ਖਰਚੇ ਕੀਤੇ ਜਾਣਗੇ। ਪਰ ਇਹ ਗਰੀਬ ਸਾਰੇ ਰਲ ਕੇ ਆਪਣੀ ਪੈਨੀ ਇਕੱਠੀ ਕਰਕੇ ਉਸ ਨੂੰ ਸ਼ਮਸ਼ਾਨ ਭਾਵ ਗ੍ਰੇਵਯਾਰਡ ਵਿੱਚ ਜਾ ਕੇ ਦਬਾ ਦਿੰਦੇ ਹਨ। ਹੁਣ ਇਹ ਸਾਰੇ ਸੋਚਦੇ ਹਨ ਕਿ ਜਿਸ ਮਨੁੱਖ ਨੂੰ ਜਿੱਥੇ ਦਬਾਇਆ ਜਾਂਦਾ ਹੈ, ਉਹਦੇ ਨਾਂ ਦਾ ਉੱਥੇ ਮਾਈਲਸਟੋਨ ਲਗਾਇਆ ਜਾਂਦਾ ਹੈ, ਉਹਦੇ ਨਾਂ ਦਾ ਫੱਟਾ ਲਗਾਇਆ ਜਾਂਦਾ ਹੈ, ਉੱਥੇ ਲਿਖਿਆ ਜਾਂਦਾ ਹੈ ਇੱਥੇ ਕਿਸ ਨੂੰ ਦਬਾਇਆ ਗਿਆ। ਉਹ ਸੋਚਦੇ ਨੇ ਪੱਥਰ ਖਰੀਦਣ ਵਾਸਤੇ ਪੈਸੇ ਨਹੀਂ ਹੈ ਸਾਡੇ ਕੋਲ। ਸਾਰੇ ਗਰੀਬ ਬੈਠ ਕੇ ਮੀਟਿੰਗ ਕਰਦੇ ਨੇ, ਇਸਨੇ ਸਾਨੂੰ ਇਤਨਾ ਪਿਆਰ ਕੀਤਾ, ਸਾਡਾ ਦੁੱਖ ਵੰਡਾਇਆ, ਅਸੀਂ ਕਿਵੇਂ ਯਾਦ ਰੱਖੀਏ, ਕਿਵੇਂ ਦੁਨੀਆ ਨੂੰ ਦੱਸੀਏ ਕਿ ਇੱਥੇ ਡਾਕਟਰ ਵਿਲੀਅਮਸ ਦਾ ਪੱਥਰ ਲਾਇਆ ਗਿਆ, ਇੱਥੇ ਡਾਕਟਰ ਵਿਲੀਅਮਸ ਨੂੰ ਦਫਨਾਇਆ ਗਿਆ। ਤਾਂ ਉਸੇ ਮਿਆਨੀ ਵਾਲੀ ਦੁਕਾਨ 'ਤੇ ਗਏ, ਉੱਥੇ ਬਾਹਰ ਜਿਹੜਾ ਫੱਟਾ ਲੱਗਾ ਹੋਇਆ ਸੀ ਕਿ ਡਾਕਟਰ ਵਿਲੀਅਮਸ ਉੱਪਰਲੀਆਂ ਪੌੜੀਆਂ ਦੇ ਉੱਥੇ ਬੈਠ ਕੇ ਦੇਖਦਾ ਹੈ, ਫੱਟਾ ਲਿਖਿਆ ਸੀ ਡਾਕਟਰ ਵਿਲੀਅਮਸ ਅਪਸਟੇਅਰਸ। ਇਹ ਉੱਥੋਂ ਫੱਟਾ ਚੁੱਕ ਲਿਆਉਂਦੇ ਨੇ, ਤਾਂ ਇਹਦੀ ਜਿੱਥੇ ਇਸ ਨੂੰ ਦਫਨਾਇਆ ਗਿਆ ਸੀ ਉੱਥੇ ਫੱਟਾ ਲਗਾ ਦਿੰਦੇ ਨੇ ਡਾਕਟਰ ਵਿਲੀਅਮਸ ਅਪਸਟੇਅਰਸ, ਭਾਵ ਡਾਕਟਰ ਵਿਲੀਅਮਸ ਉੱਪਰ ਚਲਾ ਗਿਆ। ਗੱਲ ਸਮਝਾਉਣ ਦਾ ਯਤਨ ਹੈ, ਜਦੋਂ ਅਸੀਂ ਗਰੀਬਾਂ ਵਾਸਤੇ ਜੀਣ ਲੱਗ ਪੈਂਦੇ ਹਾਂ, ਜਦੋਂ ਅਸੀਂ ਲੋੜਵੰਦਾਂ ਵਾਸਤੇ ਜੀਣ ਲੱਗ ਪੈਂਦੇ ਹਾਂ, ਤਾਂ ਕੀ ਹੁੰਦਾ ਹੈ? ਸਾਨੂੰ ਮਨੁੱਖਤਾ ਦਾ ਪਿਆਰ ਮਿਲਦਾ ਹੈ। ਦੈਟ ਇਜ਼ ਹਾਈਟ ਆਫ ਸਪਿਰਿਚੁਅਲਿਟੀ। ਜਦੋਂ ਮਨੁੱਖ ਕੁਛ ਵੀ ਕਰਨ ਜੋਗਾ ਹੈ। ਅਮੀਰੀ ਇਸ ਨੂੰ ਨਹੀਂ ਕਹਿੰਦੇ ਨੇ ਕਿ ਕਿਸੇ ਕੋਲ ਕਿੰਨਾ ਪੈਸਾ ਹੈ। ਅਮੀਰੀ ਨੂੰ ਚੈੱਕ ਕਰਨ ਦੀ ਬੈਲੈਂਸ ਪੈਸਾ ਨਹੀਂ ਹੈ। ਅਮੀਰੀ ਨੂੰ ਚੈੱਕ ਕਰਨ ਦੀ ਬੈਲੈਂਸ ਮਾਇਕ ਪਦਾਰਥ, ਲਗਜ਼ਰੀ, ਕੋਠੀ, ਕਾਰਾਂ, ਬੈਂਕ ਬੈਲੈਂਸ, ਨੌਕਰ ਚਾਕਰ ਨਹੀਂ ਹੈ। ਅਮੀਰੀ ਨੂੰ ਚੈੱਕ ਕਰਨ ਦਾ ਤਰੀਕਾ ਕੀ ਹੈ ਕਿ ਜੋ ਤੁਹਾਡੇ ਕੋਲ ਹੈ ਉਹ ਤੁਸੀਂ ਲੋੜਵੰਦਾਂ ਦੇ ਨਾਲ ਸ਼ੇਅਰ ਕਰੋ ਤੇ ਪੈਸੇ ਨਾ ਲਵੋ। ਮੀਨਸ ਯੂ ਡੋਂਟ ਚਾਰਜ ਵਟ ਯੂ ਹੈਵ ਐਂਡ ਯੂ ਸ਼ੇਅਰ ਵਿਦ ਅਦਰਸ।
ਇਸ ਨੂੰ ਅਮੀਰੀ ਕਹਿੰਦੇ ਨੇ। ਡਾਕਟਰ ਵਿਲੀਅਮਸ ਦੂਸਰਿਆਂ ਨਾਲ ਸ਼ੇਅਰ ਕਰਦਾ ਹੈ, ਸਾਰੀ ਮਨੁੱਖਤਾ ਉਹਨੂੰ ਪਿਆਰ ਕਰਦੀ ਹੈ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਇਹ ਗਤੀ ਹੈ, ਮੀਨਸ ਦੂਜਿਆਂ ਦਾ ਦਰਦ ਸਮਝ ਜਾਣਾ ਤੇ ਉਸ ਦਰਦ ਦੇ ਵਿੱਚ ਦੂਸਰਿਆਂ ਦੇ ਨਾਲ ਸ਼ੇਅਰਿੰਗ ਕਰਨੀ ਸ਼ੁਰੂ ਕਰ ਦੇਣੀ, ਉਸ ਦਰਦ ਦੇ ਵਿੱਚ ਦੂਸਰਿਆਂ ਨਾਲ ਪਿਆਰ ਕਰਨਾ ਸ਼ੁਰੂ ਕਰ ਦੇਣਾ। ਪਰ ਅਸੀਂ ਸਮਝਦੇ ਰਹਿ ਜਾਂਦੇ ਹਾਂ ਕਿ ਇਸ ਧਰਤੀ ਤੇ ਜੀਂਦੇ ਜੀ ਅਸੀਂ ਰੱਬ ਜੀ ਨੂੰ, ਖੁਦਾ ਜੀ ਨੂੰ ਤੇ ਖੁਸ਼ ਕਰ ਲਈਏ, ਪਰ ਲੋਕਾਂ ਨਾਲ ਪਿਆਰ ਨਹੀਂ ਕਰਦੇ ਹਾਂ, ਲੋੜਵੰਦਾਂ ਦੇ ਨਾਲ ਪਿਆਰ ਨਹੀਂ ਕਰਦੇ ਹਾਂ। ਆਪਣੇ ਧਾਰਮਿਕ ਸਥਾਨਾਂ ਤੇ ਅਸੀਂ ਦਾਨ ਪੁੰਨ ਕਰਦੇ ਰਹਿ ਜਾਂਦੇ ਹਾਂ, ਲੇਕਿਨ ਉਹਨਾਂ ਦਾ ਦਿਲ ਨਹੀਂ ਜਿੱਤਦੇ ਹਾਂ। ਗੁਰੂ ਸਾਹਿਬ ਕਹਿੰਦੇ ਹਨ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤੇ ਨਿਉ ਲੱਗਾ ਰੱਬ ਸੇਤੀ। ਉਹਨਾਂ ਨੂੰ ਇਹ ਨਿਉ ਲੱਗ ਜਾਂਦਾ, ਪਿਆਰ ਪੈ ਜਾਂਦਾ ਹੈ ਕਿ ਉਹ ਦੂਸਰਿਆਂ ਦਾ ਬਾਹਰਲਾ ਰੂਪ ਦੇਖ ਕੇ, ਗੰਦੇ ਕੱਪੜੇ ਦੇਖ ਕੇ ਉਸ ਦੇ ਨਾਲ ਮਿਸਬਿਹੇਵ ਨਹੀਂ ਕਰਦੇ ਹਨ, ਉਸ ਦੇ ਨਾਲ ਡਿਸਹਾਰਮਨੀ ਨਹੀਂ ਕਰਦੇ ਹਨ, ਦੂਰੀ ਨਹੀਂ ਵਧਾ ਲੈਂਦੇ ਹਨ, ਪਿਆਰ ਪਾਉਂਦੇ ਹਨ ਕਿ ਉਹਦੀ ਆਤਮਾ ਟੂ ਆਤਮਾ, ਸੋਲ ਟੂ ਸੋਲ, ਹਿਰਦੇ ਸੇ ਹਿਰਦੇ ਕੀ ਬਾਤ ਕਰਤੇ हैं। इसी ਨੂੰ ਤਾਂ ਕਹਿੰਦੇ ਨੇ ਮਨੁੱਖੀ ਹਿਰਦੇ ਦੀ ਪਹਿਚਾਨ। ਜਿਸ ਮਨੁੱਖ ਨੂੰ ਇਹ ਆ ਜਾਂਦਾ ਨਾ, ਉਹ ਕੁੱਤੇ ਬਿੱਲੀ ਕੋਲੋਂ ਵੀ ਲੰਘ ਜਾਏ, ਉਸ ਦੀ ਬਾਡੀ ਦਾ ਇੱਕ ਔਰਾ ਐਸਾ ਬਣ ਜਾਂਦਾ ਹੈ, ਉਸ ਦੀ ਤੱਕਣੀ ਐਸੀ ਬਣ ਜਾਂਦੀ ਹੈ, ਉਹ ਵੀ ਉਸ ਤੋਂ ਡਰਦੇ ਨਹੀਂ ਹਨ, ਉਸ ਦੇ ਨਾਲ ਪਿਆਰ ਕਰਦੇ ਹਨ। ਕਿਉਂ? ਕਿਉਂਕਿ ਇਸ ਨੂੰ ਹਰ ਬੀਇੰਗਸ ਦੇ ਅੰਦਰ ਦਰਦ ਨਜ਼ਰ ਆ ਗਿਆ। ਉਹ ਤਿੰਨੋਂ ਲੱਗਾ ਰੱਬ ਸੇਤੀ ਦੇਖਨੇ ਵਿਚਾਰ, ਉਹਨਾਂ ਨੂੰ ਹਰ ਕਿਸੇ ਚੋਂ ਰੱਬ ਜੀ ਦੇਖਣ ਦੀ ਲਟਕ ਲੱਗ ਗਈ ਹੈ। ਇਹੋ ਤੇ ਹੈ ਰੱਬ ਜੀ ਦੇਖਣਾ। ਕੋਈ ਰੱਬ ਜੀ ਅਦਰ ਦੈਨ ਦਿਸ ਯੂਨੀਵਰਸ ਤੇ ਨਹੀਂ ਨੇ ਕਿ ਜਿਹੜੇ ਅਚਾਨਕ ਸਾਨੂੰ ਕਿਸੇ ਦਿਨ ਰਾਤੀ ਨਜ਼ਰ ਆ ਜਾਣਗੇ ਜਾਂ ਸੜਕ ਤੇ ਜਾਂਦੇ ਹੋਏ ਕਿਸੇ ਕ੍ਰੋਸਿੰਗ ਤੇ ਨਜ਼ਰ ਆਣਗੇ। ਇਸ ਸ਼ਬਦ ਰਾਹੀਂ ਰਵਿਦਾਸ ਜੀ ਇਹੀ ਸਮਝਾਉਣਾ ਚਾਹੁੰਦੇ ਨੇ, ਉਹ ਮਨੁੱਖ ਦੂਜਿਆਂ ਦਾ ਦਰਦ ਨਹੀਂ ਜਾਣ ਸਕਦਾ ਜਿਹਦੇ ਅੰਦਰ ਦਰਦ ਨਹੀਂ ਹੈ। ਅੰਦਰ ਦਰਦ ਨਹੀਂ ਹੈ ਤੇ ਉਹ ਸੋ ਤਨ ਜਾਣ ਮਸਾਣ ਹੋ ਜਾਏਗਾ। ਤਾਂ ਮਸਾਣ ਕੀ ਹੈ? ਡੈਡ ਬੋਡੀ ਜਿੱਥੇ ਬੈਰੀ ਕੀਤੀਆਂ ਜਾਂਦੀਆਂ। ਅਸੀਂ ਟੁਰਦਾ ਫਿਰਦਾ ਲਾਸ਼ਾਂ ਹਾਂ ਜੇ ਅਸੀਂ ਦੂਸਰਿਆਂ ਦਾ ਦਰਦ ਨਹੀਂ ਜਾਣਦੇ ਹਾਂ, ਤੇ ਅਸੀਂ ਸੋਚਦੇ ਹਾਂ ਸਿਰਫ ਮੈਂ ਠੀਕ ਹਾਂ, ਸਾਰੀ ਦੁਨੀਆ ਗਲਤ ਹੈ। ਐਵਰੀਬਾਡੀ ਇਜ਼ ਥਿੰਕਿੰਗ ਦਿਸ ਵੇ। ਪਰ ਅਸੀਂ ਕੀ ਸਮਝਣਾ ਹੈ ਕਿ ਮੈਂ ਆਪਣੇ ਅੰਦਰ ਇਤਨਾ ਦਰਦ ਭਰਾਂ ਕਿ ਮੈਨੂੰ ਦੂਜੇ ਦਾ ਦਰਦ ਸਮਝ ਆਉਣਾ ਸ਼ੁਰੂ ਹੋ ਜਾਏ। ਸੋ ਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਅੱਜ ਦੇ ਇਸ ਸ਼ਬਦ ਵਿੱਚ ਰਵਿਦਾਸ ਜੀ ਸਾਨੂੰ ਇਹੋ ਸਮਝਾਉਣ ਦਾ ਯਤਨ ਕਰ ਰਹੇ ਨੇ। ਰਾਹ 'ਚ ਉਹ ਕਹਿੰਦੇ ਹਨ, ਸੋ ਕਤ ਜਾਣੈ ਪੀਰ ਪਰਾਈ, ਸੋ ਕਤ ਜਾਣੈ ਪੀਰ ਪਰਾਈ, ਝਾਂਕੈ ਅੰਤਰ, ਝਾਂਕੈ ਅੰਤਰ ਦਰਦ ਨ ਪਾਈ, ਦਰਦ ਨ ਪਾਈ, ਸੋ ਕਤ ਜਾਣੈ ਪੀਰ ਪਰਾਈ, ਸੋ ਕਤ ਜਾਣੈ ਪੀਰ ਪਰਾਈ। शह की सार सुहागन जाने, शह की सार सुहागन जाने, तज अभिमान सुख रलियां माने। तज अभिमान सुख रलियां माने, तन मान दे न अंतर राखै, तन मान दे न अंतर राखै, अबरा देख न सुने अपाखै।
कत जाने पीर पराई। दुहागन दोए पख ही, दुखी दुहागन दोए पख ही, जिन नाह निरंतर भगत न कीनी। जिन नाह निरंतर भगत न कीनी। पुरुष लात का पंथ दुहेला, लात का पंथ दुहेला, संग न साथी गवन अकेला। संग न साथी गवन अकेला, सो कत जाने पीर पराई। सो कत जाने पीर पराई, जाके अंतर जाके अंतर दर्द न पाई, दर्द न पाई। सो कत जाने पीर पराई, सो कत जाने पीर पराई। दुखिया दर्द वंद दर आया, दुखिया दर्द वंद दर आया। बहुत प्यास जवाब न पाया, बहुत प्यास जवाब न पाया। कह रविदास शरण प्राप्त तेरी, रविदास रविदास कह रविदास शरण शरण प्रभु तेरी। कह रविदास शरण प्राप्त तेरी, जो जानो त्यों परगत मेरी। जो जानो त्यों करगत मेरी, सो कत जाने पीर पराई। सो कत जाने पीर पराई, जाके अंतर जाके अंतर दर्द न पाई, दर्द
ਵਾਹਿਗੁਰੂ 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 ਤੂੰ ਹੀ ਆ ਤੂੰ ਹੀ 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 ਆ